ਹੈਲੋ ਫਰੈਂਡਸ, ਵੈਲਕਮ ਟੂ ਡ੍ਰੀਮਸ ਕਮ ਟਰੂ ਚੈਨਲ। ਆਈ ਹੋਪ ਸੋ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਪਹਿਲਾਂ ਵਾਲੀਆਂ ਵੀਡੀਓਜ਼ ਪਸੰਦ ਆ ਰਹੀਆਂ ਹੋਣਗੀਆਂ। ਇੱਕ ਰਿਕੁਐਸਟ ਹੈ, ਪਲੀਜ਼ ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰਨਾ ਕਿਉਂਕਿ ਤੁਹਾਡਾ ਛੋਟਾ ਜਿਹਾ ਲਾਈਕ ਐਂਡ ਸਬਸਕ੍ਰਾਈਬ ਮੇਰੇ ਲਈ ਬਹੁਤ ਜ਼ਿਆਦਾ ਹੈਲਪਫੁਲ ਰਹੂਗਾ ਜੀ। ਤੇ ਅੱਗੇ ਉਹ ਮੇਰੇ ਆਉਣ ਵਾਲੀਆਂ ਵੀਡੀਓਜ਼ ਵਾਸਤੇ ਮੈਨੂੰ ਮੋਟੀਵੇਟ ਵੀ ਕਰੂਗਾ। ਤੇ ਅੱਜ ਦਾ ਆਪਣਾ ਪੋਲਿਟੀ ਦੇ ਸੈਸ਼ਨ ਦੇ ਵਿੱਚ ਮੇਨਲੀ ਆਪਾਂ ਬਹੁਤ ਜ਼ਿਆਦਾ ਪੋਲਿਟੀ ਹੈ ਜਿਹੜੀ ਕਵਰ ਅਪ ਕਰ ਚੁੱਕੇ ਹਾਂ। ਬਹੁਤ ਘੱਟ ਟੌਪਿਕ ਨੇ ਜਿਹੜੇ ਆਪਣੇ ਰਹਿ ਚੁੱਕੇ ਨੇ। ਤੇ ਅੱਜ ਦਾ ਆਪਣਾ ਮੇਨ ਟੌਪਿਕ ਹੈਗਾ ਜੀ ਪੋਲਿਟੀ ਦੇ ਵਿੱਚ ਪਾਰਲੀਮੈਂਟ। ਪਾਰਲੀਮੈਂਟ ਦੇ ਵਿੱਚ ਜੀ ਪਾਰਲੀਮੈਂਟ ਆਪਣਾ ਵੈਸਟ ਮਿਨਿਸਟਰ ਮਾਡਲ ਹੈ ਗਵਰਨਮੈਂਟ ਦਾ ਜੀ, ਜਿਹੜਾ ਆਪਾਂ ਵੈਸਟ ਸਾਈਡ ਤੋਂ ਲੈ ਕੇ ਆਏ ਹਾਂ। ਇਹ ਕਿਹੜੇ ਆਰਟੀਕਲਸ ਦੇ ਨਾਲ ਡੀਲ ਕਰਦੀ ਹੈ? ਆਰਟੀਕਲ 79 ਤੋਂ ਲੈ ਕੇ 122 ਤੱਕ ਕਰਦੀ ਹੈ ਜੀ। ਇਨ ਦਾ ਪਾਰਟ 5th ਹੈ ਜੀ ਆਫ ਦੀ ਕਨਸਟੀਟਿਊਸ਼ਨ ਡੀਲ ਵਿਦ ਦਾ ਪਾਰਲੀਮੈਂਟ। ਕਿਹੜੇ ਪਾਰਟ ਦੇ ਵਿੱਚ ਆਉਂਦੀ ਹੈ? 5ਵੇਂ ਦੇ ਵਿੱਚ ਆਉਂਦੀ ਹੈ। ਕਿਹੜੇ ਆਰਟੀਕਲ ਨੇ? 79 ਤੋਂ ਲੈ ਕੇ 122 ਤੱਕ ਨੇ ਜੀ। ਅਕੋਰਡਿੰਗ ਟੂ ਦਾ ਆਰਟੀਕਲ 79 ਦੇ ਪਾਰਲੀਮੈਂਟ ਦੇ ਵਿੱਚ ਕੀ ਕੁਛ ਹੈ? ਇਹ ਤਿੰਨ ਹਿੱਸਿਆਂ ਦੇ ਵਿੱਚ ਵੰਡੀ ਹੋਈ ਹੈ। ਇੱਕ ਤਾਂ ਹੈਗਾ ਪ੍ਰੈਜ਼ੀਡੈਂਟ, ਦਾ ਕਾਉਂਸਲ ਆਫ ਮਿਨਿਸਟਰ ਜਿਸ ਨੂੰ ਆਪਾਂ ਰਾਜ ਸਭਾ ਕਹਿ ਦਿੰਦੇ ਹਾਂ, ਹਾਊਸ ਆਫ ਪੀਪਲ ਜਿਸ ਨੂੰ ਆਪਾਂ ਲੋਕ ਸਭਾ ਕਹਿੰਦੇ ਹਾਂ। ਇਹ ਤਿੰਨਾਂ ਦੇ ਵਿੱਚ ਕੀ ਹੈ ਜੀ, ਆਪਣੀ ਜਿਹੜੀ ਪਾਰਲੀਮੈਂਟ ਹੈ ਜੀ ਉਹ ਆਰਟੀਕਲ 79 ਦੇ ਅਕੋਰਡਿੰਗਲੀ ਡਿਸਟ੍ਰੀਬਿਊਟ ਕੀਤੀ ਹੋਈ ਹੈ। ਠੀਕ ਹੈ। ਪ੍ਰੈਜ਼ੀਡੈਂਟ ਕੀ ਹੈ? ਹੀ ਇਜ਼ ਨਾਟ ਅ ਮੈਂਬਰ, ਨਾ ਤਾਂ ਉਹ ਲੋਕ ਸਭਾ ਦਾ ਨਾ ਹੀ ਉਹ ਰਾਜ ਸਭਾ, ਕਿਸੇ ਦਾ ਵੀ ਮੈਂਬਰ ਨਹੀਂ ਹੈਗਾ। ਹੀ ਇਜ਼ ਨਾਟ ਅ ਮੈਂਬਰ ਆਈਦਰ ਹਾਊਸ, ਹੀ ਇਜ਼ ਇੰਟੀਗਰਲ, ਬਟ ਉਹਦਾ ਹੀ ਇੱਕ ਜੁੜਿਆ ਹੋਇਆ ਪਾਰਟ ਹੈ ਜੀ। ਕਿਉਂਕਿ ਕੋਈ ਵੀ ਬਿੱਲ ਹੈ ਜੀ, ਕਹਿੰਦੇ ਬਿੱਲ ਪਾਸ ਬਾਈ ਬੋਥ ਦਾ ਹਾਊਸਸ ਕੈਨ ਨਾਟ ਬਿਕਮ ਦਾ ਲਾਅ ਵਿਦਆਊਟ ਦਾ ਅਸੈਂਟ ਆਫ ਦੀ ਪ੍ਰੈਜ਼ੀਡੈਂਟ। ਕੋਈ ਵੀ ਬਿੱਲ ਜੋ ਕਿ ਜਿੰਨਾ ਚਿਰ ਪ੍ਰੈਜ਼ੀਡੈਂਟ ਦੁਆਰਾ ਸਾਈਨ ਨਹੀਂ ਹੁੰਦਾ, ਉਹਦੀ ਮਨਜ਼ੂਰੀ ਨਹੀਂ ਮਿਲਦੀ, ਉਹ ਬਿੱਲ ਨਹੀਂ ਬਣ ਸਕਦਾ ਜੀ। ਠੀਕ ਹੈ। ਤੇ ਇਹ ਕੀ ਸੀਗਾ? ਆਰਟੀਕਲ 79 ਹੈ ਜੀ। ਕੁਆਲੀਫਿਕੇਸ਼ਨਸ ਕੀ ਹੁੰਦੀਆਂ ਨੇ? ਸਭ ਤੋਂ ਪਹਿਲਾਂ ਤਾਂ ਜੀ ਸਿਟੀਜ਼ਨ ਆਫ ਇੰਡੀਆ ਹੋਣਾ ਚਾਹੀਦਾ ਹੈ। ਮੇਕ ਐਂਡ ਸਬਸਕ੍ਰਾਈਬਰ ਉਹਨੇ ਓਥ ਲੈਣੀ ਪਊਗੀ ਜਿਵੇਂ ਸ਼ਡਿਊਲ 3 ਦੇ ਵਿੱਚ ਕਹੀ ਗਈ ਹੈ ਜੀ। ਠੀਕ ਹੈ। ਏਜ ਲੋਕ ਸਭਾ ਵਾਸਤੇ 25 ਇਅਰ ਤੇ ਰਾਜ ਸਭਾ ਵਾਸਤੇ 30 ਇਅਰਸ ਦੀ ਕੀ ਹੈ ਜੀ ਏਜ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਤੇ ਅੱਗੇ ਕੀ ਕਹਿੰਦੇ ਹੁੰਦੇ ਆ ਜੀ? disqualification if he holds any office of profit under a state, ਜੇ ਕੋਈ ਉਹ ਆਫਿਸ ਹੈ ਜੀ, ਠੀਕ ਹੈ ਜੀ, ਤਾਂ ਕੀ ਕਹਿੰਦੇ ਹੁੰਦੇ ਨੇ ਜੀ, ਉਹ ਡਿਸਕੁਆਲੀਫਾਈਡ ਹੈ ਜੀ। ਠੀਕ ਹੈ। ਕੋਈ ਵੀ ਨਹੀਂ, ਮਤਲਬ ਕਿ ਆਫਿਸ ਆਫ ਪ੍ਰੋਫਿਟ ਕਿਸੇ ਵੀ ਸਟੇਟ ਜਾਂ ਸੈਂਟਰਲ ਯੂਨੀਅਨ ਦੇ ਅੰਦਰ ਨਹੀਂ ਹੋਲਡ ਕਰਨਾ। ਸਿਟੀਜ਼ਨ ਆਫ ਜੋ ਇੰਡੀਆ ਦਾ ਨਹੀਂ ਹੈਗਾ ਤਾਂ ਉਹ ਡਿਸਕੁਆਲੀਫਾਈਡ ਹੈ। ਇਫ ਹੀ ਇਜ਼ ਅਨਸਾਊਂਡ, ਜਿਹਦਾ ਦਿਮਾਗੀ ਪਾਗਲ ਹੈ, ਠੀਕ ਹੈ ਜੀ, ਸਟੈਂਡ ਡਿਕਲੇਅਰਡ ਬਾਈ ਕੋਰਟ ਜਾਂ ਕੋਰਟ ਨੇ ਉਹਦੇ ਤੇ ਕੋਈ ਨਾ ਕੋਈ ਰੁਕਾਵਟ ਲਾਈ ਹੈ ਤਾਂ, ਜਾਂ ਇਨਸੋਲਵੈਂਟ, ਉਹਦਾ ਦਿਵਾਲੀਆ ਨਿਕਲ ਗਿਆ ਜੀ, ਡਿਸਕੁਆਲੀਫਾਈਡ ਬਾਈ ਜਾਂ ਲਾਅ ਆਫ ਪਾਰਲੀਮੈਂਟ ਦੁਆਰਾ ਕੀ ਹੈ ਜੀ ਉਹ ਡਿਸਕੁਆਲੀਫਾਈਡ ਹੈ। ਤਾਂ ਇਹ ਸਾਰੀਆਂ ਡਿਸਕੁਆਲੀਫਿਕੇਸ਼ਨ ਨੇ, ਤਾਂ ਉਹ ਮੈਂਬਰ ਆਫ ਨਾ ਹੀ ਰਾਜ ਸਭਾ ਤੇ ਨਾ ਹੀ ਲੋਕ ਸਭਾ ਉਹ ਬਣ ਨਹੀਂ ਸਕਦਾ ਜੀ। ਰਿਪਰੈਜ਼ੈਂਟੇਸ਼ਨ ਆਫ ਦਾ ਪੀਪਲ ਐਕਟ 1951 ਹੁਣ ਇਸ ਦੇ ਅਕੋਰਡਿੰਗ ਕੀ ਹੈ ਜੀ? ਕਹਿੰਦੇ ਗਿਲਟੀ ਆਫ ਇਲੈਕਸ਼ਨ ਕਰਪਟ ਪ੍ਰੈਕਟਿਸਿਸ, ਜੇ ਉਹਨੇ ਮਤਲਬ ਕਿ ਇਲੈਕਸ਼ਨ ਦੇ ਵਿੱਚ ਕੋਈ ਵੀ ਕਰਪਸ਼ਨ ਕੀਤੀ ਹੈ ਜੀ, ਵੀ ਹਾਂ ਪੈਸਿਆਂ ਨਾਲ ਦਿੱਤੇ, ਤਾਂ ਉਹ ਨਹੀਂ ਬਣ ਸਕਦਾ। ਜਾਂ ਉਹਦੇ ਕੋਈ ਨੇ ਜੀ ਇਹੋ ਜਿਹੇ ਕੋਈ ਐਕਸਪੈਂਸਿਸ ਅਕਾਊਂਟ ਨੇ ਜਿਨ੍ਹਾਂ ਨੂੰ ਉਹ ਡਿਫਾਈਨ ਨਹੀਂ ਕਰ ਸਕਦਾ, ਉਹਦੇ ਵਿੱਚ ਜੀ। ਠੀਕ ਹੈ। ਉਹਦੇ ਕਿਸੇ ਵੀ ਗਵਰਨਮੈਂਟ ਕੰਟਰੈਕਟ ਦੇ ਵਿੱਚ ਜਾਂ ਗਵਰਨਮੈਂਟ ਸਰਵਿਸ ਦੇ ਵਿੱਚ ਕੋਈ ਵੀ ਜ਼ਿਆਦਾ ਇੰਟਰਸਟ ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ। ਉਸਦਾ ਘੱਟੋ ਘੱਟ ਜਿਹੜਾ 25% ਸ਼ੇਅਰ ਤੋਂ ਵੱਧ ਕਿਸੇ ਵੀ ਗਵਰਨਮੈਂਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੀ। ਨੋ ਹੈਵ ਡਿਸਮਿਸ ਫਰੋਮ ਦ ਗਵਰਨਮੈਂਟ ਸਰਵਿਸਿਜ਼, ਨਾ ਹੀ ਉਹਨੂੰ ਕਿਸੇ ਵੀ ਜਿਹੜੀ ਵੀ ਕੋਈ ਗਵਰਨਮੈਂਟ ਸਰਵਿਸਿਜ਼ ਕਰ ਰਿਹਾ ਸੀਗਾ ਤਾਂ ਉਹਨੂੰ ਕੀ ਕਹਿੰਦੇ ਹੁੰਦੇ ਨੇ, ਕੱਢਿਆ ਨਹੀਂ ਜਾਣਾ ਚਾਹੀਦਾ ਕਰਪਸ਼ਨ ਜਾਂ ਡਿਸਲੋਇਲਟੀ ਕਰਕੇ ਜੀ। ਠੀਕ ਹੈ ਜੀ। ਉਹਨੂੰ ਕੀ ਕਹਿੰਦੇ ਹੁੰਦੇ ਨੇ ਜੀ, ਡੂ ਨਾਟ ਪਨਿਸ਼ ਫॉर ਪ੍ਰੈਕਟਿਸਿੰਗ ਦਾ ਸੋਸ਼ਲ ਕ੍ਰਾਈਮ, ਅਨਟਚੇਬਿਲਿਟੀ, ਇਹੋ ਜਿਹੀਆਂ ਚੀਜ਼ਾਂ ਵਾਸਤੇ ਉਹਨੂੰ ਪਨਿਸ਼ਮੈਂਟ ਨਹੀਂ ਮਿਲਣੀ ਹੋਣੀ ਚਾਹੀਦੀ। ਨਾਟ ਬੀਨ ਇੰਪ੍ਰਿਜ਼ਨਮੈਂਟ, 2 ਜਾਂ 2 ਸਾਲ ਤੋਂ ਵੱਧ ਦੀ ਉਹ ਜੇਲ੍ਹ ਦੇ ਵਿੱਚ ਨਾ ਕੱਟ ਕੇ। ਤੇ ਇਹ ਸਾਰੀਆਂ ਕੀ ਨੇ ਜੀ ਆਪਾਂ ਨੇ ਡਿਸਕੁਆਲੀਫਿਕੇਸ਼ਨ ਦੀਆਂ ਆਰਟੀਕਲ ਪੀਪਲ ਐਕਟ 1951 ਅਕੋਰਡਿੰਗ ਦੱਸਿਆ ਨੇ। ਇਸ ਦੇ ਵਿੱਚ ਕੌਣ ਡਿਸਾਈਡ ਕਰੂਗਾ ਵੀ ਇਹ ਡਿਸਕੁਆਲੀਫਾਈ ਹੈਗਾ ਜੀ? ਕਹਿੰਦੇ ਵੈਦਰ ਦਾ ਮੈਂਬਰ ਸਬਜੈਕਟ ਟੂ ਐਨੀ ਅਬਵ, ਜੋ ਆਪਾਂ ਐਕਟ 1951 ਦੇ ਵਿੱਚ ਪੜ੍ਹ ਕੇ ਆਏ ਹਾਂ। ਡਿਸਕੁਆਲੀਫਿਕੇਸ਼ਨ ਪ੍ਰੈਜ਼ੀਡੈਂਟ ਡਿਸੀਜਨ ਕੀ ਹੋਊਗਾ? ਫਾਈਨਲ ਹੋਊਗਾ। he should be the opinion, but ਉਹ opinion ਕਿਸ ਦਾ ਲਊਗਾ ਜੀ? ਇਲੈਕਸ਼ਨ ਕਮਿਸ਼ਨ ਅਕੋਰਡਿੰਗ, ਤੇ ਉਸ ਦੇ ਅਕੋਰਡਿੰਗਲੀ ਕੀ ਕਰੂਗਾ ਜੀ? ਐਕਟ ਕਰੂਗਾ। ਸੈਕਟਰੀ ਜਨਰਲ ਆਫ ਲੋਕ ਸਭਾ ਅਪਾਇੰਟਡ ਬਾਈ ਲੋਕ ਸਭਾ ਸਪੀਕਰ ਦੁਆਰਾ ਅਪਾਇੰਟ ਹੋਗਾ ਇਨ ਦਾ ਕੰਸਲਟੇਸ਼ਨ ਵਿਦ ਦਾ ਪ੍ਰਾਈਮ ਮਿਨਿਸਟਰ ਐਂਡ ਦਾ ਲੀਡਰ ਆਫ ਆਪੋਜੀਸ਼ਨ। ਇੱਕ ਛੋਟਾ ਜਿਹਾ ਪੁਆਇੰਟ ਹੈ ਜੋ ਮੈਂ ਇੱਥੇ ਐਡ ਕੀਤਾ। ਹੁਣ ਡਿਸਕੁਆਲੀਫਿਕੇਸ਼ਨ ਔਨ ਦੀ ਗਰਾਊਂਡ ਆਫ ਦੀ 10th ਸ਼ਡਿਊਲ ਦੀ ਗਰਾਊਂਡ ਦੇ ਉੱਤੇ ਜਿਸ ਦੀ ਜਿਹੜੀ ਹੈ ਜੀ ਡਿਸਕੁਆਲੀਫਿਕੇਸ਼ਨ ਕਿੱਦਾਂ ਹੋਏਗੀ? If he voluntarily give up the membership of political party, ਜਿਸ ਦੇ ਉਹ ਟਿਕਟ ਤੋਂ ਜਿੱਤਿਆ ਸੀਗਾ ਉਹਨੇ ਉਹੀ ਛੱਡਤੀ, ਤਾਂ ਉਹ ਇਹ ਡਿਸਕੁਆਲੀਫਾਈਡ ਹੈ। Votes abstain from the contrary, ਜੇ ਕਿਸੇ ਡਾਇਰੈਕਸ਼ਨ ਕਿਸੇ ਨੇ ਕਹਿਤਾ ਵੋਟ ਪਾ ਦੇ ਤਾਂ ਪਾ ਦੇ, ਕਿਸੇ ਦੇ ਡਾਇਰੈਕਸ਼ਨ ਇਸ਼ਾਰਿਆਂ ਤੇ ਚੱਲਦਾ ਹੈ ਜੀ।
ਇੰਡੀਪੈਂਡੈਂਟਲੀ ਇਲੈਕਟਿਡ ਸੀਗਾ ਬਟ ਕਿਸੇ ਪਾਰਟੀ ਨੇ ਜੁਆਇਨ ਕਰ ਲਿਆ। ਨੋਮੀਨੇਟਿਡ ਮੈਂਬਰ ਸੀਗਾ ਜੀ, ਐਕਸਪਾਇਰੀ ਹੋਣ ਤੋਂ ਬਾਅਦ ਉਹਨੇ ਕਿਸੇ ਪਾਰਟੀ ਨੂੰ ਜੁਆਇਨ ਕਰ ਲਿਆ। ਨੋਮੀਨੇਟਿਡ ਮੈਂਬਰ ਜੁਆਇਨ ਐਨੀ ਪਾਰਟੀ। ਤਾਂ ਜਿਹੜੀ ਇਹ ਵਾਲੀ ਡਿਸਕੁਆਲੀਫਿਕੇਸ਼ਨ ਹੈ ਜੋ ਕਿ 10th ਸ਼ਡਿਊਲ ਦੇ ਅੰਦਰ ਹੈ, ਤਾਂ ਚੇਅਰਮੈਨ ਇਨ ਕੇਸ ਆਫ ਰਾਜ ਸਭਾ, ਸਪੀਕਰ ਇਨ ਦ ਕੇਸ ਆਫ ਲੋਕ ਸਭਾ ਡਿਸਾਈਡ ਕਰਨਗੇ। ਹੁਣ ਉਹ ਤੁਸੀਂ ਨੇ ਧਿਆਨ ਰੱਖਣਾ, ਜਿਹੜੀ ਡਿਸਕੁਆਲੀਫਿਕੇਸ਼ਨ ਐਕਟ 1951 ਆ ਉਹ ਪ੍ਰੈਜ਼ੀਡੈਂਟ ਤੇ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਡਿਸਾਈਡ ਕਰਨਗੇ, ਬਟ ਜਿਹੜੀ ਸ਼ਡਿਊਲ 10 ਦੇ ਅਕੋਰਡਿੰਗ ਜਿਹੜੀ ਡਿਸਕੁਆਲੀਫਿਕੇਸ਼ਨ ਹੈ ਉਹ ਮਤਲਬ ਕਿ ਜਿਹੜੇ ਪ੍ਰਿਸਾਈਡਿੰਗ ਆਫੀਸਰ ਨੇ ਹਾਊਸ ਦੇ, ਠੀਕ ਹੈ ਜੀ, ਉਹ ਕੀ ਕਰਨਗੇ, ਡਿਸਾਈਡ ਕਰਨਗੇ। ਹੁਣ ਜੀ ਵੈਕੈਂਟਿੰਗ ਆਫ ਦ ਸੀਟਸ, ਉਹਨਾਂ ਦੀ ਸੀਟਸ ਕਿਵੇਂ ਖਾਲੀ ਹੋ ਸਕਦੀਆਂ ਨੇ, ਡਬਲ ਮੈਂਬਰਸ਼ਿਪ ਦੇਖਦੇ ਹਾਂ ਜੀ। ਕਹਿੰਦੇ ਇਲੈਕਟਡ ਟੂ ਦ ਬੋਥ ਦ ਹਾਊਸਸ ਦੈਨ ਮਸਟ ਇਨਫੋਰਮ ਵਿਦਿਨ ਦ, ਜੇ ਉਹ ਕੀ ਕਹਿੰਦੇ ਨੇ ਦੋਨੇ ਹਾਊਸਸ ਦੇ ਵਿੱਚ ਇਲੈਕਟ ਹੋ ਗਏ ਘੱਟੋ ਘੱਟ 10 ਦਿਨਾਂ ਦੇ ਅੰਦਰ ਜੀ ਉਸਨੂੰ ਇਨਫੋਰਮ ਕਰਨਾ ਪਊਗਾ, ਅਦਰਵਾਈਜ਼ ਉਹਦੀ ਰਾਜ ਸਭਾ ਦੀ ਜਿਹੜੀ ਸੀਟ ਹੈ ਜੀ ਉਹ ਖਾਲੀ ਹੋ ਜਾਏ। ਠੀਕ ਹੈ। ਸੀਟਿੰਗ ਮੈਂਬਰ ਇਲੈਕਟਡ ਟੂ ਦ ਅਨਦਰ ਹਾਊਸ, ਸੀਟ ਆਫ ਦ, ਜੇ ਕੋਈ ਸੀਟਿੰਗ ਮੈਂਬਰ ਹੈ ਜੀ ਇਸ ਹਾਊਸ ਦੇ ਵਿੱਚ ਇਲੈਕਟ ਹੋ ਗਿਆ ਤੇ ਜਿਸ ਹਾਊਸ ਦੇ ਵਿੱਚ ਉਹ ਪਹਿਲਾ ਮੈਂਬਰ ਸੀ ਤਾਂ ਉਸ ਦੇ ਵਿੱਚੋਂ ਕੀ ਹੋ ਜੂਗੀ ਜੀ, ਉਹਦੀ ਜਗ੍ਹਾ ਕੀ ਹੋ ਜੂਗੀ, ਖਾਲੀ ਹੋ ਜੂਗੀ ਜੀ। ਠੀਕ ਹੈ। A person cannot be a member of both parliament ਤੇ state legislature ਦਾ ਨਹੀਂ ਹੋ ਸਕਦਾ। ਉਹਨੂੰ 14 days ਦੇ ਅੰਦਰ ਕੀ ਕਹਿੰਦੇ ਹੁੰਦੇ ਨੇ, ਉਹਨੂੰ ਆਪਦੀ ਜਿਹੜੀ ਕੋਈ ਸੀਟ ਹੈ ਜੀ ਉਹ ਖਾਲੀ ਕਰਨ ਦਿਓ, ਅਦਰਵਾਈਜ਼ ਉਹਦੀ ਪਾਰਲੀਮੈਂਟ ਦੀ ਸੀਟ ਕੀ ਹੈ ਜੀ ਖਾਲੀ ਹੋ ਜਾਏਗੀ। ਦੇਖੋ ਜੇ ਤਾਂ ਮਤਲਬ ਕਿ ਜੇ ਉਹ ਰਾਜ ਸਭਾ ਲੋਕ ਸਭਾ ਦੇ ਵਿੱਚ ਹੈ ਜੀ ਤਾਂ ਉਹਨੂੰ 10 ਡੇਜ਼ ਹੈ, ਜੇ ਸਟੇਟ ਤੇ ਪਾਰਲੀਮੈਂਟ ਦੇ ਤਾਂ 14 ਡੇਜ਼ ਆਫ ਡਿਸਕ੍ਰਾਈਬ ਪੀਰੀਅਡ ਹੈ। ਰੈਜ਼ਿਗਨੇਸ਼ਨ ਕਿਸ ਨੂੰ ਦਊਗਾ ਜੀ, ਕੋਈ ਵੀ ਮੈਂਬਰ ਜੇ ਰੈਜ਼ਿਗਨੇਸ਼ਨ ਕਰਨਾ ਚਾਹੁੰਦਾ ਤਾਂ ਪ੍ਰੀਸਾਈਡਿੰਗ ਆਫੀਸਰ ਨੂੰ ਦਊ। ਐਬਸੈਂਸ ਮੋਰ ਦੈਨ 60 ਡੇਜ਼ ਵਿਦਆਊਟ ਪਰਮਿਸ਼ਨ, ਤਾਂ ਉਹ ਕੀ ਹੈ ਜੀ, ਆਪਾਂ ਨੂੰ ਡਿਸਕੁਆਲੀਫਾਈ ਮੰਨਾਂਗੇ। ਠੀਕ ਹੈ ਜੀ। ਓਥ ਐਂਡ ਅਫਰਮੇਸ਼ਨ, ਹੁਣ ਐਡਮਿਨਿਸਟਰਡ ਬਾਈ ਦ ਪ੍ਰੈਜ਼ੀਡੈਂਟ ਔਨ ਦ ਸੇਮ ਅਪਾਇੰਟਡ, ਜੇ ਓਥ ਕੌਣ ਦਬਾਊ, ਜਾਂ ਪ੍ਰੈਜ਼ੀਡੈਂਟ ਜਾਂ ਫਿਰ ਕੋਈ ਵੀ ਪ੍ਰੀਸਾਈਡਡ ਉਸ ਦੇ ਦੁਆਰਾ ਜੀ। ਇਸ ਤੋਂ ਬਿਨਾਂ ਜੀ ਓਥ ਲੈਤੇ ਬਿਨਾਂ ਉਹ ਹਾਊਸਿਸ ਦੇ ਜਿਹੜੇ ਵੀ ਕੋਈ ਕੰਮ ਨੇ ਜੀ ਉਹਨਾਂ ਦੇ ਵਿੱਚ, ਠੀਕ ਹੈ ਜੀ, ਪ੍ਰੋਸੀਡਿੰਗ ਦੇ ਲਈ ਐਲੀਜੀਬਲ ਨਹੀਂ ਹੋਊਗਾ ਜੀ, ਨਾ ਹੀ ਉਹਨੂੰ ਕੋਈ ਪ੍ਰਿਵਿਲੇजेस ਵਗੈਰਾ ਮਿਲ ਸਕਦੀਆਂ ਨੇ। ਬਿਫੋਰ ਟੇਕਿੰਗ ਦ ਓਥ he cannot the vote in participate, ਮਤਲਬ ਕਿ ਕਸਮ ਲੈਣ ਤੋਂ ਪਹਿਲਾਂ do not become the eligible, ਕਿਸੇ ਵੀ ਪਾਰਲੀਮੈਂਟ ਪ੍ਰਿਵਿਲੇजेस ਦੇ ਲਈ ਉਹ ਐਲੀਜੀਬਲ ਨਹੀਂ ਹੁੰਦਾ। ਸੈਲਰੀ determined by parliament and there is a no provision in the constitution ਦੇ ਵਿੱਚ ਇਹ ਕਿਹਦੇ ਵਿੱਚੋਂ ਚਾਰਜ ਹੋਣਗੇ, ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਚਾਰਜ ਹੋਣਗੇ ਜੀ। ਆਈ ਹੋਪ ਸੋ ਤੁਹਾਨੂੰ ਇੱਥੇ ਤੱਕ ਦੇ ਲੈਕਚਰ ਪਸੰਦ ਆਇਆ ਹੋਗਾ। ਪਲੀਜ਼ ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ।